ਹੈਲੋ ਬੇਟੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਕੀਤਾ ਸੀ ਕੋਲੀਜਨ ਥਿਊਰੀ ਟੌਪਿਕ। ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਕੋਈ ਵੀ ਰਿਐਕਟੈਂਟ ਮੋਲੀਕਿਊਲਸ ਹੈ ਜੇ ਉਹਨਾਂ ਨੂੰ ਪ੍ਰੋਡਕਟ 'ਚ ਕਨਵਰਟ ਹੋਣਾ ਤਾਂ ਉਹਨਾਂ ਦੇ ਵਿੱਚ ਕੋਲੀਜਨਸ ਹੋਣੀਆਂ ਜ਼ਰੂਰੀ ਹੈ, ਤੇ ਉਹਨਾਂ ਦੇ ਵਿੱਚੋਂ ਵੀ ਸਾਰੀਆਂ ਕੋਲੀਜਨਸ ਪ੍ਰੋਡਕਟ 'ਚ ਕਨਵਰਟ ਨਹੀਂ ਹੁੰਦੀਆਂ, ਸਿਰਫ ਉਹ ਕੋਲੀਜਨਸ ਪ੍ਰੋਡਕਟ ਬਣਾਉਂਦੀਆਂ ਜਿਹੜੀਆਂ ਕੋਲੀਜਨਸ ਇਫੈਕਟਿਵ ਹੁੰਦੀਆਂ। ਉਹਨਾਂ ਵਾਸਤੇ ਦੋ ਬੈਰੀਅਰਸ ਹੁੰਦੇ ਆ, ਇੱਕ એનર્ਜੀ ਬੈਰੀਅਰ ਪੜ੍ਹਿਆ ਸੀ ਆਪਾਂ, ਇੱਕ ਓਰੀਐਂਟੇਸ਼ਨ ਬੈਰੀਅਰ ਪੜ੍ਹਿਆ ਸੀ। ਠੀਕ ਹੈ, એનર્ਜੀ ਬੈਰੀਅਰ ਦੇ ਮੁਤਾਬਿਕ ਆਪਾਂ ਕੀ ਕਿਹਾ ਸੀ ਕਿ ਉਹਨਾਂ ਕੋਲ ਇੱਕ ਮਿਨੀਮਮ એનર્ਜੀ ਚਾਹੀਦੀ ਹੈ ਤਾਂ ਹੀ ਉਹ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਸਕਦੇ ਹੈ। ਉਸ ਮਿਨੀਮਮ એનર્ਜੀ ਨੂੰ ਆਪਾਂ ਕਿਹਾ ਸੀ ਥ੍ਰੈਸ਼ਹੋਲਡ એનર્ਜੀ। ਠੀਕ ਹੈ, ਤੇ ਐਕਸੈਸ ਜਿੰਨੀ ਆਪਣੀ એનર્ਜੀ ਉਹਨਾਂ ਕੋਲੇ, ਜਿੰਨੀ ਦੀ ਐਕਸਟਰਾ એનર્ਜੀ ਚਾਹੀਦੀ ਸੀ ਉਹਨੂੰ ਆਪਾਂ ਕਿਹਾ ਸੀ ਐਕਟੀਵੇਸ਼ਨ એનર્ਜੀ। ਕਲੀਅਰ। ਦੂਜਾ ਸੀ ਓਰੀਐਂਟੇਸ਼ਨ, ਉਹਨਾਂ ਦੀ ਪ੍ਰੋਪਰ ਓਰੀਐਂਟੇਸ਼ਨ ਹੋਣੀ ਚਾਹੀਦੀ ਹੈ। ਤਾਂ ਇੱਥੇ ਆਪਾਂ ਹੁਣ ਪੜ੍ਹਨਾ ਜਿਹੜਾ ਨੈਕਸਟ ਟੌਪਿਕ ਹੈ ਆਪਣਾ, ਉਹ ਹੈ ਡਿਪੈਂਡੈਂਸ ਆਫ ਰਿਐਕਸ਼ਨ ਰੇਟ ਔਨ ਟੈਂਪਰੇਚਰ। ਆਪਾਂ ਟੈਂਪਰੇਚਰ ਤੇ ਡਿਪੈਂਡੈਂਸ ਪੜ੍ਹਨੀ ਹੈ ਰੇਟ ਦੀ। ਹੁਣ ਇੱਥੇ ਸਾਡੇ ਕੋਲੇ એનર્ਜੀ ਫੈਕਟਰ ਹੈ ਜਿਹੜਾ ਆਪਾਂ ਪਿੱਛੇ ਡਿਸਕਸ ਕੀਤਾ એનર્ਜੀ ਫੈਕਟਰ, ਉਹਨੂੰ ਹੀ ਆਪਾਂ ਇੱਥੇ ਰਿਵਾਈਜ਼ ਕਰਾਂਗੇ। ਉਹੀ ਚੀਜ਼ ਹੈ ਜਿਹੜੀ ਉਹ ਇਹਨੂੰ ਇਫੈਕਟ ਕਰੇਗੀ। ਠੀਕ ਹੈ, ਟੈਂਪਰੇਚਰ ਹੈਜ਼ ਗ੍ਰੇਟ ਇਨਫਲੂਐਂਸ ਔਨ ਰਿਐਕਸ਼ਨ ਰੇਟ। ਰਿਐਕਸ਼ਨ ਰੇਟ ਦੇ ਉੱਤੇ ਟੈਂਪਰੇਚਰ ਦਾ ਬਹੁਤ ਜ਼ਿਆਦਾ ਇਫੈਕਟ ਹੁੰਦਾ ਹੈ। ਆਮ ਇੱਕ ਜਨਰਲ ਜਿਹਾ ਰੂਲ ਹੈ, ਅਪਰੋਕਸੀਮੇਟ ਰੂਲ ਬਣਾਇਆ ਗਿਆ ਕਿ ਜੇ ਅਸੀਂ ਕਿਸੇ ਵੀ ਰਿਐਕਸ਼ਨ ਦੇ ਵਿੱਚ 10 ਡਿਗਰੀ ਰਾਈਜ਼ ਕਰ ਦਈਏ ਟੈਂਪਰੇਚਰ ਤਾਂ ਉਹਦੀ ਰੇਟ ਆਫ ਰਿਐਕਸ਼ਨ ਤਕਰੀਬਨ ਡਬਲ ਹੋ ਜਾਂਦੀ ਹੈ। ਠੀਕ ਹੈ, ਅ ਜਨਰਲ ਅਪਰੋਕਸੀਮੇਟ ਰੂਲ ਫਾਰ ਦ ਇਫੈਕਟ ਆਫ ਟੈਂਪਰੇਚਰ ਔਨ ਰਿਐਕਸ਼ਨ ਰੇਟ ਇਜ਼ ਦੈਟ the rate of a reaction or rate constant becomes almost double for every 10 degree rise in temperature। 10 ਡਿਗਰੀ ਵਧਾਉਣ ਨਾਲ ਉਹਦੀ ਰੇਟ ਹੈ ਜਿਹੜੀ ਤਕਰੀਬਨ ਡਬਲ ਹੋ ਜਾਂਦੀ ਹੈ, ਤਕਰੀਬਨ ਆਮ ਰਿਐਕਸ਼ਨਸ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਆ ਕੇ ਬੇਟੇ ਟੈਂਪਰੇਚਰ ਕੋਫੀਸ਼ੀਐਂਟ। ਟੈਂਪਰੇਚਰ ਕੋਫੀਸ਼ੀਐਂਟ ਕਿਹਨੂੰ ਕਹਿੰਦੇ ਆ ਅਸੀਂ, ਕਿ ਜੇ ਅਸੀਂ ਕਾਂਸਟੈਂਟ ਦੀ ਦੋ ਟੈਂਪਰੇਚਰਸ ਦੇ ਉੱਤੇ ਕਾਂਸਟੈਂਟ ਦੀ ਰੇਸ਼ੋ ਲੈ ਲਈਏ, ਰੇਟ ਕਾਂਸਟੈਂਟ ਦੀ ਰੇਸ਼ੋ ਲੈ ਲਈਏ ਤਾਂ ਉਹਨੂੰ ਅਸੀਂ ਟੈਂਪਰੇਚਰ ਕੋਫੀਸ਼ੀਐਂਟ ਕਹਿੰਦੇ ਹਾਂ। ਇਟ ਇਜ਼ ਦ ਰੇਸ਼ੋ ਆਫ ਰੇਟ ਕਾਂਸਟੈਂਟਸ ਆਫ ਦ ਰਿਐਕਸ਼ਨ ਐਟ ਟੂ ਟੈਂਪਰੇਚਰਸ ਡਿਫਰਿੰਗ ਬਾਈ 10 ਡਿਗਰੀ। ਰੇਟ ਕਾਂਸਟੈਂਟ T plus 10 ਡਿਗਰੀ ਤੇ ਅਪੋਨ ਰੇਟ ਕਾਂਸਟੈਂਟ ਐਟ T ਡਿਗਰੀ। ਨੀਚੇ ਆਪਾਂ T ਡਿਗਰੀ ਤੇ ਲੈ ਲਿਆ, ਫਿਰ 10 ਡਿਗਰੀ ਵਧਾਤਾ ਤੇ ਫਿਰ ਆਪਾਂ ਰੇਟ ਕਾਂਸਟੈਂਟ ਹੋ ਲਿਆ। ਦੋਨਾਂ ਦੀ ਰੇਸ਼ੋ ਨੂੰ ਆਪਾਂ ਕਹਿੰਦੇ ਹਾਂ ਟੈਂਪਰੇਚਰ ਕੋਫੀਸ਼ੀਐਂਟ। ਤਾਂ ਇਹ ਕੋਫੀਸ਼ੀਐਂਟ ਹੈ ਜਿਹੜਾ ਉਹ ਜਿਹੜਾ ਹੈਗਾ ਇਹਦੀ ਵੈਲਿਊ ਕੀ ਆਉਂਦੀ ਹੈ ਆਮ ਤੌਰ ਤੇ 2 ਆਉਂਦੀ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਅੱਗੇ ਬੇਟੇ ਇਹਦੀ ਐਕਸਪਲੇਨੇਸ਼ਨ ਫਾਰ ਇਨਕਰੀਜ਼ ਇਨ ਰੇਟ ਆਫ ਰਿਐਕਸ਼ਨ। ਹੁਣ ਇਨਕਰੀਜ਼ ਹੁੰਦੀ ਕਿਉਂ, ਆਪਾਂ ਕਹਿਤਾ ਕਿ ਡਬਲ ਹੋ ਜਾਂਦੀ ਹੈ ਤਕਰੀਬਨ, ਹੁਣ ਇਹ ਡਬਲ ਕਿਉਂ ਹੁੰਦੀ ਹੈ, ਇਹਦਾ ਰੀਜ਼ਨ ਕੀ ਹੈ। ਆਪਾਂ ਬੇਟੇ ਹੁਣ ਇੱਥੇ ਉਹ ਚੀਜ਼ ਆਏਗੀ એનર્ਜੀ ਵਾਲੀ, ਜਿਹੜੀ ਪਿਛਲੀ ਕੋਲੀਜਨ ਥਿਊਰੀ ਕੀਤੀ ਸੀ ਉਹਦੇ ਮੁਤਾਬਕ ਆਪਾਂ ਕਿਹਾ ਸੀ ਕਿ ਜਿਹੜੀ ਰੇਟ ਹੈ ਉਹ ਇਫੈਕਟਿਵ ਕੋਲੀਜਨ ਤੇ ਡਿਪੈਂਡ ਕਰਦੀ ਹੈ। ਮਤਲਬ ਜਿੰਨੀਆਂ ਇਫੈਕਟਿਵ ਕੋਲੀਜਨਸ ਜ਼ਿਆਦਾ ਹੋਣਗੀਆਂ ਉਨੀ ਰੇਟ ਜ਼ਿਆਦਾ ਹੋਏਗੀ। ਠੀਕ ਹੈ, ਉਹਨਾਂ ਰਿਐਕਸ਼ਨ ਹੈ ਜਿਹੜਾ ਰਿਐਕਟੈਂਟਸ ਹੈ ਪ੍ਰੋਡਕਟ ਦੇ ਵਿੱਚ ਕਨਵਰਟ ਹੋਣਗੇ। ਪਰ ਆਪਾਂ ਕਿਹਾ ਸੀ ਕਿ ਜਿਹੜੀਆਂ ਇਫੈਕਟਿਵ ਕੋਲੀਜਨਸ ਹੈ ਉਹਨਾਂ ਵਾਸਤੇ ਵੀ ਦੋ ਬੈਰੀਅਰਸ ਸੀਗੇ। ਹੁਣ ਉਹਨਾਂ ਦੋ ਬੈਰੀਅਰਸ ਦੇ ਵਿੱਚੋਂ ਇੱਥੇ ਅਸੀਂ ਕਿਹੜਾ ਬੈਰੀਅਰ ਡਿਸਕਸ ਕਰਨਾ ਬੇਟੇ, ਕੋਲੀਜਨ ਜਿਹੜਾ એનર્ਜੀ ਦਾ ਸੀਗਾ। ਠੀਕ ਹੈ, ਤਾਂ ਉਹਨਾਂ ਦੇ ਵਿੱਚ ਆਪਾਂ ਕਿਹਾ ਕਿ ਫਾਰ ਇਫੈਕਟਿਵ ਕੋਲੀਜਨਸ ਦਾ ਕੋਲਾਈਡਿੰਗ ਮੋਲੀਕਿਊਲਸ ਮਸਟ ਹੈਵ ਮੋਰ ਦੈਨ ਔਰ ਇਕੁਅਲ ਟੂ ਸਰਟਨ ਮਿਨੀਮਮ ਅਮਾਊਂਟ ਆਫ એનર્ਜੀ ਕਾਲਡ ਥ੍ਰੈਸ਼ਹੋਲਡ એનર્ਜੀ। ਉਹਨਾਂ ਕੋਲ એનર્ਜੀ ਹੈ ਜਿਹੜੀ ਉਹ ਕਿੰਨੀ ਹੋਣੀ ਚਾਹੀਦੀ ਹੈ ਬੇਟੇ, ਮਿਨੀਮਮ ਅਮਾਊਂਟ ਆਫ એનર્ਜੀ ਚਾਹੀਦੀ ਹੈ ਜਿਹਨੂੰ ਅਸੀਂ ਥ੍ਰੈਸ਼ਹੋਲਡ એનર્ਜੀ ਕਹਿ ਦਿੰਦੇ ਹਾਂ। ਜੇ ਇੰਨੀ એનર્ਜੀ ਹੈਗੀ ਹੈ ਤਾਂ ਰਿਐਕਟੈਂਟ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਸਕਦੇ ਆ, ਅਦਰਵਾਈਜ਼ ਨਹੀਂ ਹੋਣਗੇ। ਠੀਕ ਹੈ, ਹੁਣ ਆਪਾਂ ਕੀ ਦੇਖਦੇ ਹਾਂ ਬੇਟੇ ਕਿ ਰਿਐਕਸ਼ਨ ਦੇ ਵਿੱਚ ਜਿੰਨੇ ਵੀ ਮੋਲੀਕਿਊਲਸ ਹੈ ਸਾਰਿਆਂ ਦੀ ਕਾਈਨੈਟਿਕ એનર્ਜੀ ਇੱਕੋ ਜਿਹੀ ਨਹੀਂ ਹੁੰਦੀ। ਸਾਰੇ ਰਿਐਕਟਿੰਗ ਮੋਲੀਕਿਊਲਸ ਕੋਲੇ ਸੇਮ એનર્ਜੀ ਨਹੀਂ ਹੁੰਦੀ, ਉਹਨਾਂ ਦੀਆਂ એનર્ਜੀਜ਼ ਡਿਫਰੈਂਟ ਹੁੰਦੀਆਂ, ਅਲੱਗ-ਅਲੱਗ ਹੁੰਦੀਆਂ, ਕਿਸੇ ਕੋਲ ਬਹੁਤ ਘੱਟ, ਕਿਸੇ ਕੋਲ ਬਹੁਤ ਜ਼ਿਆਦਾ। ਠੀਕ ਹੈ, ਅਲੱਗ-ਅਲੱਗ એનર્ਜੀਜ਼ ਹੋਣਗੀਆਂ। ਹੁਣ ਇਹਦਾ ਰੀਜ਼ਨ ਕੀ ਹੈ, ਕਿਉਂਕਿ ਮੋਲੀਕਿਊਲਸ ਆਪਸ ਦੇ ਵਿੱਚ ਕੋਲਾਈਡ ਕਰਦੇ ਆ, ਟਕਰਾਉਂਦੇ ਆ। ਜਦੋਂ ਕੋਲੀਜਨ ਹੁੰਦਾ ਉਹਨਾਂ ਦੇ ਵਿੱਚ ਤਾਂ એનર્ਜੀਜ਼ ਇੱਕ ਦੂਜੇ ਤੋਂ ਮੋਲੀਕਿਊਲ ਤੋਂ ਟ੍ਰਾਂਸਫਰ ਹੋ ਜਾਂਦੀ ਹੈ। ਠੀਕ ਹੈ, all the molecules in the reacting species do not have same kinetic energy. Due to collisions, their energies are transferred from one molecule to another. ट्रांसफर ਹੁੰਦੀਆਂ ਰਹਿੰਦੀਆਂ। ਠੀਕ ਹੈ, ਹੁਣ ਕਲਾਰਕ ਮੈਕਸਵੈਲ ਨੇ ਬੇਟੇ ਇਹ ਕਾਈਨੈਟਿਕ એનર્ਜੀਜ਼ ਨੂੰ ਇਹਦੀ ਡਿਸਟ੍ਰੀਬਿਊਸ਼ਨ ਕੀਤੀ ਹੈ ਕਿ ਕਿਹੜੇ ਮੋਲੀਕਿਊਲਸ, ਕਿੰਨੇ ਮੋਲੀਕਿਊਲਸ ਕੋਲੇ ਕਿੰਨੀਆਂ એનર્ਜੀਜ਼ ਹੁੰਦੀਆਂ, ਕਿਹਦੇ ਕੋਲ ਜ਼ਿਆਦਾ ਹੈ ਕਿਹਦੇ ਕੋਲੇ ਘੱਟ ਹੈ। ਉਹਨੇ ਇੱਕ ਪਲਾਟ ਬਣਾਤਾ, ਇੱਕ ਗ੍ਰਾਫ ਬਣਾਤਾ। ਠੀਕ ਹੈ, ਜਿਹੜਾ ਕਿ ਡਿਸਟ੍ਰੀਬਿਊਸ਼ਨ ਆਫ ਕਾਈਨੈਟਿਕ એનર્ਜੀ ਨੂੰ ਰਿਪਰੈਜ਼ੈਂਟ ਕਰੇਗਾ। ਉਹ ਗ੍ਰਾਫ ਦੇ ਵਿੱਚ ਉਹਨੇ ਕੀ ਕੀਤਾ ਬੇਟੇ, ਇੱਕ ਤਾਂ ਇਹਦੀ ਫ੍ਰਿਕਸ਼ਨ ਆਫ ਮੋਲੀਕਿਊਲਸ, ਉਹ ਫ੍ਰੈਕਸ਼ਨ ਮੋਲੀਕਿਊਲਸ ਦੇ ਲਈ ਜਿਨ੍ਹਾਂ ਕੋਲ Ne એનર્ਜੀ ਸੀਗੀ, એનર્ਜੀ ਜਿਨ੍ਹਾਂ ਕੋਲ Ne ਹੈ, ਡਿਵਾਈਡਡ ਬਾਈ ਕੀ ਲੈ ਲਿਆ, ਟੋਟਲ
ਨੰਬਰ ਆਫ ਮੋਲੀਕਿਊਲਸ ਸਾਰੇ ਲੈ ਲਏ ਤੇ ਉਹਨਾਂ ਦੇ ਵਿੱਚੋਂ ਕੀ ਹੈ ਜਿਨ੍ਹਾਂ ਕੋਲ E એનર્ਜੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਫ੍ਰੈਕਸ਼ਨ ਆਫ ਮੋਲੀਕਿਊਲਸ। ਮਤਲਬ ਹਰੇਕ ਫ੍ਰੈਕਸ਼ਨ ਅਲੱਗ-ਅਲੱਗ ਹੋਏਗੀ। ਇੱਧਰ ਨੂੰ ਆਪਾਂ ਲੈ ਲਈ ਕਾਈਨੈਟਿਕ એનર્ਜੀ, ਇੱਧਰ ਆ ਗਈ ਫ੍ਰੈਕਸ਼ਨ ਆਫ ਮੋਲੀਕਿਊਲਸ। ਫ੍ਰੈਕਸ਼ਨ ਆਫ ਮੋਲੀਕਿਊਲ ਕੀ ਹੈ Ne/NT। ਇਹ ਕੀ ਹੈ ਨੰਬਰ ਆਫ ਮੋਲੀਕਿਊਲਸ ਹੈਵਿੰਗ E એનર્ਜੀ ਡਿਵਾਈਡਡ ਬਾਈ ਟੋਟਲ ਨੰਬਰ ਆਫ ਮੋਲੀਕਿਊਲਸ। ਤਾਂ ਇਹ એનર્ਜੀ ਦਾ ਗ੍ਰਾਫ ਹੈ ਜਿਹੜਾ ਬੇਟੇ ਆ ਬਣਿਆ। ਮਤਲਬ ਜਿਨ੍ਹਾਂ ਕੋਲੇ ਘੱਟ એનર્ਜੀ ਹੈ ਇੱਧਰ ਨੂੰ એનર્ਜੀ ਵੱਧ ਰਹੀ ਹੈ ਬਹੁਤ એનર્ਜੀ ਹੈ ਜਿਹੜੀ, ਇਹ એનર્ਜੀ ਹੈ ਜਿਹੜੀ ਉਹ ਕੀ ਹੋਏਗੀ ਜ਼ਿਆਦਾ ਹੋਏਗੀ। ਠੀਕ ਹੈ, એનર્ਜੀ ਹੈ ਜਿਹੜੀ ਜ਼ਿਆਦਾ ਹੋਏਗੀ। ਹੁਣ ਇੱਧਰ ਨੂੰ ਮੋਲੀਕਿਊਲਸ ਕੋਲੇ ਕੀ ਹੈ ਜਿਹੜੀ એનર્ਜੀ, ਇੱਧਰ ਫ੍ਰੈਕਸ਼ਨ ਲੈ ਲਈ ਅਸੀਂ ਮੋਲੀਕਿਊਲਸ ਦੀ, ਇੱਧਰ ਲੈ ਲਈ ਅਸੀਂ ਕਾਈਨੈਟਿਕ એનર્ਜੀ। ਹੁਣ ਆਪਣਾ ਗ੍ਰਾਫ ਆ ਬਣ ਗਿਆ ਆਪਣੇ ਕੋਲੇ ਗ੍ਰਾਫ। ਹੁਣ ਇਸ ਗ੍ਰਾਫ ਦੇ ਵਿੱਚ ਇੱਥੇ એનર્ਜੀ ਬਹੁਤ ਘੱਟ ਹੈ ਤੇ ਫ੍ਰੈਕਸ਼ਨ ਵੀ ਬਹੁਤ ਘੱਟ ਹੈ, ਮੋਲੀਕਿਊਲਸ ਬਹੁਤ ਘੱਟ એનર્ਜੀ ਵਾਲੇ ਮੋਲੀਕਿਊਲ ਬਹੁਤ ਥੋੜੇ ਹੈ। ਹੌਲੀ ਹੌਲੀ એનર્ਜੀ ਵਧੀ ਜਾਂਦੀ ਹੈ, ਫ੍ਰੈਕਸ਼ਨ ਵੀ ਵਧੀ ਜਾ ਰਿਹਾ, ਫ੍ਰੈਕਸ਼ਨ ਉੱਪਰ ਨੂੰ ਇਹ ਫ੍ਰੈਕਸ਼ਨ ਵੀ ਵੱਧਦਾ ਜਾ ਰਿਹਾ। ਮਤਲਬ ਕਿ ਇਹ ਜਿਹੜਾ ਆਹ ਫ੍ਰੈਕਸ਼ਨ ਹੈ ਸਾਡੇ ਕੋਲੇ, ਜਿਹੜੀ ਪੀਕ ਹੈ ਗ੍ਰਾਫ ਦੀ, ਉਹ ਸਾਨੂੰ ਦੱਸਦੀ ਹੈ ਕਿ ਮੈਕਸਿਮਮ ਮੋਲੀਕਿਊਲਸ ਕੋਲੇ ਇੰਨੀ એનર્ਜੀ ਹੈ। ਮਤਲਬ ਨਾ ਬਹੁਤ ਜ਼ਿਆਦਾ ਨਾ ਬਹੁਤ ਘੱਟ। ਠੀਕ ਹੈ, ਇੱਧਰ ਨੂੰ ਬਹੁਤ ਘੱਟ એનર્ਜੀ ਹੈ, ਇੱਧਰ ਨੂੰ ਬਹੁਤ ਜ਼ਿਆਦਾ એનર્ਜੀ ਵਾਲੇ ਮੋਲੀਕਿਊਲਸ ਹੈ। ਪਰ ਜਿਹੜੇ ਮੈਕਸਿਮਮ ਨੰਬਰ ਆਫ ਮੋਲੀਕਿਊਲਸ ਹੈ ਉਹਨਾਂ ਕੋਲ ਜਿਹੜੀ એનર્ਜੀ ਹੈ ਨਾ ਉਹ ਇਨ ਬਿਟਵੀਨ ਜੇ ਹੈ, ਨਾ ਬਹੁਤ ਘੱਟ ਨਾ ਬਹੁਤ ਜ਼ਿਆਦਾ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਮੋਸਟ ਪ੍ਰੋਬੇਬਲ ਕਾਈਨੈਟਿਕ એનર્ਜੀ। ਮਤਲਬ ਜ਼ਿਆਦਾ ਮੋਲੀਕਿਊਲਸ ਕੋਲ ਆ એનર્ਜੀ ਹੈ, ਪਰ ਇਹ એનર્ਜੀ ਓਨੀ એનર્ਜੀ ਨਹੀਂ ਹੈ ਜਿੰਨੀ ਕਿ ਪ੍ਰੋਡਕਟ ਦੇ ਵਿੱਚ ਕਨਵਰਟ ਹੋਣ ਲਈ ਜ਼ਰੂਰੀ ਹੈ। ਕਿਉਂਕਿ ਇਹ એનર્ਜੀ ਕਿੱਥੇ ਸਟਾਰਟ, ਇੱਥੋਂ ਜਾ ਕੇ ਸਟਾਰਟ ਹੁੰਦੀ ਹੈ ਸਾਡੀ, ਜਿੱਥੇ ਥ੍ਰੈਸ਼ਹੋਲਡ એનર્ਜੀ ਆ ਜਾਂਦੀ ਹੈ। ਜੇ ਇੰਨੀ એનર્ਜੀ ਤੱਕ ਪਹੁੰਚ ਗਏ ਤਾਂ ਉਹ ਪ੍ਰੋਡਕਟ ਕਨਵਰਟ ਹੋਣਗੇ, ਅਦਰਵਾਈਜ਼ ਨਹੀਂ ਹੋਣਗੇ। ਇਸ ਤੋਂ ਔਨਵਰਡਸ ਜਿੰਨੀ ਫ੍ਰੈਕਸ਼ਨ ਹੈਗੀ ਹੈ ਮੋਲੀਕਿਊਲਸ ਦੀ, ਉਹ ਸਾਰੇ ਕੀ ਹੈ, ਉਹ ਇਫੈਕਟਿਵ ਕੋਲੀਜਨਸ ਵਾਲੇ ਮੋਲੀਕਿਊਲਸ ਹੈ। ਉਹਨਾਂ ਕੋਲੇ એનર્ਜੀ ਇੰਨੀ ਹੈਗੀ ਹੈ ਕਿ ਉਹ ਉਹਨਾਂ ਦੀਆਂ ਕੋਲੀਜਨਸ ਇਫੈਕਟਿਵ ਹੋ ਸਕਦੀਆਂ। ਠੀਕ ਹੈ, ਤਾਂ ਪੂਰੇ ਜਿਹੜੀ ਡਿਸਟ੍ਰੀਬਿਊਸ਼ਨ ਕਰਤੀ ਸੀ ਪੂਰੇ ਮੋਲੀਕਿਊਲਸ ਦੇ ਵਿੱਚੋਂ ਸਿਰਫ ਇੰਨਾ ਕੁ ਪਾਰਟ ਹੈ ਜਿਹੜਾ ਉਹਨਾਂ ਦੀਆਂ ਕੋਲੀਜਨਸ ਹੈ ਜਿਹੜੀਆਂ ਉਹ ਕੀ ਹੋਣਗੀਆਂ, ਇਫੈਕਟਿਵ ਹੋਣਗੀਆਂ, ਜਿਨ੍ਹਾਂ ਕੋਲ ਐਕਟੀਵੇਸ਼ਨ એનર્ਜੀ ਹੈਗੀ ਹੈ, ਮਿਲੀ ਹੋਈ ਹੈ ਜਿਨ੍ਹਾਂ ਨੂੰ। ਕਲੀਅਰ? ਇਹ ਪੀਕ ਹੈ ਜਿਹੜੀ ਗ੍ਰਾਫ ਦੀ, ਇਹ ਦੱਸਦੀ ਹੈ ਦ ਪੀਕ ਆਫ ਦ ਕਰਵ ਕੋਰਸਪੋਂਡ ਟੂ ਦ ਮੋਸਟ ਪ੍ਰੋਬੇਬਲ ਕਾਈਨੈਟਿਕ એનર્ਜੀ। ਮਤਲਬ ਆ ਜ਼ਿਆਦਾ ਮੋਲੀਕਿਊਲਸ ਕੋਲੇ ਇੰਨੀ એનર્ਜੀ ਹੈ। ਕਲੀਅਰ ਹੋ ਗਿਆ? ਹੁਣ ਆਪਾਂ ਕੀ ਦੱਸਣਾ ਹੈ ਬੇਟੇ ਕਿ ਇਹਦੇ ਨਾਲ ਟੈਂਪਰੇਚਰ ਦਾ ਇਹਦੇ ਤੇ ਇਫੈਕਟ ਕੀ ਹੁੰਦਾ ਹੈ, ਕਿਉਂਕਿ ਆਪਾਂ ਪੜ੍ਹਨਾ ਤਾਂ ਇਫੈਕਟ ਟੈਂਪਰੇਚਰ ਦਾ ਹੈ ਨਾ, ਕਿ ਟੈਂਪਰੇਚਰ ਦਾ ਇਫੈਕਟ ਕੀ ਹੁੰਦਾ। ਟੈਂਪਰੇਚਰ ਦੇ ਵਧਾਉਣ ਨਾਲ ਫਿਰ ਇਹਦੇ ਉੱਤੇ ਫਰਕ ਕੀ ਪੈਂਦਾ ਗ੍ਰਾਫ ਦੇ ਉੱਤੇ। ਹੁਣ ਜੇ ਆਪਾਂ ਗ੍ਰਾਫ ਦੇਖੀਏ, ਸਪੋਜ਼ ਕਰੋ ਆਹ ਵਾਲੇ ਗ੍ਰਾਫ ਦਾ ਜਿਹੜਾ ਸਾਡਾ ਨਾ ਆਹ ਵਾਲਾ ਗ੍ਰਾਫ ਸੀ ਜਿਹੜਾ, ਇਹ ਸਾਡਾ T ਟੈਂਪਰੇਚਰ ਤੇ ਸੀ, ਜਿੰਨੇ ਮਰਜ਼ੀ ਟੈਂਪਰੇਚਰ ਤੇ ਲੈ ਲਿਆ ਸੀ ਜਦੋਂ ਰਿਐਕਸ਼ਨ ਹੋ ਰਿਹਾ ਸੀ, ਤਾਂ ਉਦੋਂ ਤੁਹਾਡੇ ਕੋਲੇ ਆਹ ਕੀ ਹੈ, ਇਹਨੂੰ એનર્ਜੀ ਨੂੰ ਬੈਰੀਅਰ ਜਾ ਕੇ ਇਹ ਸਿਰਫ ਇੰਨੇ ਮੋਲੀਕਿਊਲਸ ਸੀ ਜਿਨ੍ਹਾਂ ਕੋਲੇ ਇਫੈਕਟਿਵ ਕੋਲੀਜਨਸ ਜਿੰਨੀ એનર્ਜੀ ਸੀਗੀ। ਕਾਈਨੈਟਿਕ એનર્ਜੀ ਕਿੰਨੀ ਹੈ, ਜਿਹੜੀ ਐਕਟੀਵੇਸ਼ਨ એનર્ਜੀ ਦੇ ਬਰਾਬਰ ਹੈਗੀ। ਠੀਕ ਹੈ, ਇਹ એનર્ਜੀ ਆਫ ਐਕਟੀਵੇਸ਼ਨ ਹੈ, ਜਦੋਂ ਆਪਾਂ ਆਹ ਸ਼ੋ ਕੀਤਾ ਹੋਇਆ ਇੰਨੀ એનર્ਜੀ ਹੈ ਐਕਟੀਵੇਸ਼ਨ ਦੀ। ਇੱਥੋਂ ਉਦੋਂ ਬਾਅਦ ਵਾਲੇ ਮੋਲੀਕਿਊਲ ਸਾਰੇ ਕੋਲੇ ਹੈਗੀ ਹੈ, ਤਾਂ ਸਿਰਫ ਇੰਨਾ ਫ੍ਰੈਕਸ਼ਨ ਹੈ ਜਿਨ੍ਹਾਂ ਕੋਲੇ ਐਕਟੀਵੇਸ਼ਨ એનર્ਜੀ ਹੈਗੀ ਹੈ, ਉਹ ਪ੍ਰੋਡਕਟ 'ਚ ਕਨਵਰਟ ਹੋ ਸਕਦੇ ਆ। ਪਰ ਜਦੋਂ ਆਪਾਂ ਟੈਂਪਰੇਚਰ ਨੂੰ ਵਧਾਤਾ ਬੇਟੇ, ਆਪਾਂ 10 ਡਿਗਰੀ ਰਾਈਜ਼ ਕਰਤਾ ਟੈਂਪਰੇਚਰ, ਤਾਂ ਇਹਦੇ ਨਾਲ ਕੀ ਹੋਊਗਾ ਬੇਟੇ, ਹਰੇਕ ਮੋਲੀਕਿਊਲ ਦੀ ਕਾਈਨੈਟਿਕ એનર્ਜੀ, ਟੈਂਪਰੇਚਰ ਦਾ ਮਤਲਬ ਕੀ ਅਸੀਂ એનર્ਜੀ ਦੇ ਰਹੇ ਹਾਂ, ਤਾਂ ਸਾਰੇ ਮੋਲੀਕਿਊਲਸ ਦੀ એનર્ਜੀ ਹੈ ਜਿਹੜੀ ਉਹ ਵਧੇਗੀ, ਤਾਂ ਸਾਰੇ ਦਾ ਸਾਰਾ ਗ੍ਰਾਫ ਕੀ ਹੋਏਗਾ, ਟੂਵਰਡਸ ਰਾਈਟ ਸ਼ਿਫਟ ਹੋ ਜਾਏਗਾ। ਜਿੰਨੇ ਮੋਲੀਕਿਊਲਸ ਦੀ એનર્ਜੀ ਪਹਿਲਾਂ ਸੀ ਉਹਦੇ ਨਾਲੋਂ ਵੱਧ ਗਈ, ਹੁਣ ਨਾ ਜ਼ਿਆਦਾ ਹੋ ਗਈ ਨਾ ਹਰੇਕ ਕੋਲੇ, ਹਰੇਕ ਮੋਲੀਕਿਊਲ ਦੀ, ਤਾਂ ਸਾਰੇ ਦਾ ਸਾਰਾ ਗ੍ਰਾਫ ਹੈ ਜਿਹੜਾ ਟੂਵਰਡਸ ਰਾਈਟ ਸ਼ਿਫਟ ਹੋ ਜਾਏਗਾ, ਫਲੈਟਨਡ ਹੋ ਜਾਏਗਾ ਨੀਚੇ ਥੱਲੇ ਨੂੰ ਜਾ ਕੇ। ਕਿਉਂਕਿ ਜਿਹੜਾ ਇੰਨਾ ਏਰੀਆ ਹੈ ਨਾ ਜਿਹੜੇ ਬੇਟੇ ਸਾਰੇ ਮੋਲੀਕਿਊਲਸ ਦਾ, ਜਿੰਨਾ ਸਾਰਾ ਲਿਆ ਏਰੀਆ ਉਹਨੇ ਦਾ ਉਨਾ ਹੀ ਰਹੇਗਾ, ਫਲੈਟਨ ਹੋ ਜਾਏਗਾ ਥੋੜਾ ਜਿਹਾ ਗ੍ਰਾਫ ਹੈ ਜਿਹੜਾ। ਹੁਣ ਜਦੋਂ ਇੱਥੇ ਆ ਗਿਆ ਤਾਂ ਜਦੋਂ ਆਪਾਂ ਇੱਧਰ ਦੇਖੀਏ ਕਿ ਕਾਈਨੈਟਿਕ એનર્ਜੀ ਹੈ ਜਿਹੜੀ, ਜਿਨ੍ਹਾਂ ਦੀ ਐਕਟੀਵੇਸ਼ਨ એનર્ਜੀ ਤੋਂ ਉੱਪਰ એનર્ਜੀ ਹੈ ਜਿਹੜੀ, ਜਿਨ੍ਹਾਂ ਕੋਲ ਜਾਂ ਕਹਿ ਲਓ ਐਕਟੀਵੇਸ਼ਨ ਜਿੰਨੀ એનર્ਜੀ ਹੈਗੀ ਹੈ, ਤਾਂ ਉਹਦਾ ਜਿਹੜਾ ਏਰੀਆ ਉਹ ਤਕਰੀਬਨ ਕੀ ਹੋ ਗਿਆ ਬੇਟੇ, ਡਬਲ ਹੋ ਗਿਆ ਪਹਿਲਾਂ ਨਾਲੋਂ। ਇਹ ਗ੍ਰਾਫ ਆਹ ਵਾਲਾ ਨਵਾਂ ਗ੍ਰਾਫ ਜਿਹੜਾ 10 ਡਿਗਰੀ ਰਾਈਜ਼ ਕਰਨ ਨਾਲ ਬਣਿਆ, ਤਾਂ ਉਹਦੇ ਨਾਲ ਆਹ ਬੜੀ ਜਿਹੜੀ ਅਮਾਊਂਟ ਹੈ ਉਹ ਕੀ ਹੋ ਗਈ, ਤਕਰੀਬਨ ਡਬਲ। ਇਹ ਏਰੀਆ ਵੱਧ ਗਿਆ, ਡਬਲ ਹੋ ਗਿਆ, ਇਸੇ ਕਰਕੇ ਰੇਟ ਕੀ ਹੋ ਗਈ, ਡਬਲ ਹੋ ਗਈ। ਕਿਉਂਕਿ ਇਹ ਕੋਲੀਜਨਸ ਹੈ ਜਿਹੜੀਆਂ ਉਹ ਕੀ ਹੈ, ਇਫੈਕਟਿਵ ਕੋਲੀਜਨਸ ਹੈ। ਤਾਂ ਇਫੈਕਟਿਵ ਕੋਲੀਜਨਸ ਦੀ ਜਿਹੜਾ ਏਰੀਆ ਉਹ ਕੀ ਹੋ ਗਿਆ, ਇੱਥੇ ਡਬਲ ਹੋ ਗਿਆ। ਮਤਲਬ ਇਫੈਕਟਿਵ ਕੋਲੀਜਨਸ ਦਾ ਨੰਬਰ ਕੀ ਹੋ ਗਿਆ, ਡਬਲ ਹੋ ਗਿਆ। ਤਾਂ ਜਿੰਨੀਆਂ ਇਫੈਕਟਿਵ ਕੋਲੀਜਨਸ ਜ਼ਿਆਦਾ ਹੋਣਗੀਆਂ ਉਨੀ ਰੇਟ ਆਫ ਰਿਐਕਸ਼ਨ ਵੀ ਕੀ ਹੋਏਗੀ, ਜ਼ਿਆਦਾ ਹੋਏਗੀ। ਕਲੀਅਰ ਹੋ ਗਿਆ? ਤਾਂ ਇਸ ਕਰਕੇ ਆਪਾਂ ਦੱਸ ਸਕਦੇ ਹਾਂ ਕਿ ਟੈਂਪਰੇਚਰ ਦੇ ਵਧਾਉਣ ਨਾਲ ਐਕਟੀਵੇਸ਼ਨ એનર્ਜੀ ਹੈ ਜਿਹੜੀ ਉਹ ਕੀ ਹੋ ਜਾਂਦੀ ਹੈ, ਜਿਹੜੀ ਜ਼ਿਆਦਾ ਮੋਲੀਕਿਊਲਸ ਕੋਲ ਐਕਟੀਵੇਸ਼ਨ એનર્ਜੀ ਆ ਜਾਂਦੀ ਹੈ, ਇਸ ਕਰਕੇ ਉਹ ਪ੍ਰੋਡਕਟ ਦੇ ਵਿੱਚ ਕਨਵਰਟ ਹੋ ਸਕਦੀ ਹੈ। ਠੀਕ ਹੈ,
ਅੱਗੇ ਬਟੇ ਜੇ ਆਪਾਂ ਐਕਟੀਵੇਸ਼ਨ એનર્ਜੀ ਨੂੰ ਕੈਲਕੂਲੇਟ ਕਰਨਾ ਹੋਵੇ ਤਾਂ ਉਹਦੇ ਵਾਸਤੇ ਅਰਹੀਨੀਅਸ ਨੇ ਇੱਕ ਇਕੁਏਸ਼ਨ ਦਿੱਤੀ ਹੈ ਜਿਹਨੂੰ ਅਸੀਂ ਅਰਹੀਨੀਅਸ ਇਕੁਏਸ਼ਨ ਕਹਿੰਦੇ ਆ। Arrhenius equation and calculation of activation energy. Arrhenius proposed a quantitative relationship between rate constant and temperature. Rate constant ਤੇ temperature ਦੇ ਵਿੱਚ ਉਹਨੇ ਇੱਕ quantitative relationship ਦਿੱਤਾ। ਹੁਣ ਇਹ relationship ਕੀ ਸੀ ਬੇਟੇ? Rate constant K is equal to A e ਦੀ power EA upon RT exponential power ਆ ਗਈ, ਠੀਕ ਹੈ। ਹੁਣ ਇਹਨੂੰ ਅਸੀਂ Arrhenius equation ਕਹਿੰਦੇ ਆ। ਇੱਥੋਂ ਅਸੀਂ ਐਕਟੀਵੇਸ਼ਨ એનર્ਜੀ ਹੈ ਜਿਹੜੀ ਉਹ ਕੈਲਕੂਲੇਟ ਕਰਾਂਗੇ। ਹੁਣ ਇਹਦੇ ਸਾਰੇ ਦੇ ਮਤਲਬ ਕੀ ਹੈ? ਕਿ ਕੀ ਚੀਜ਼ ਹੈ ਬੇਟੇ? ਰੇਟ ਕਾਂਸਟੈਂਟ ਹੈ। ਇਹ ਕੀ ਚੀਜ਼ ਹੈ? ਅਰਹੀਨੀਅਸ ਫੈਕਟਰ ਕਹਿੰਦੇ ਅਸੀਂ ਇਹਨੂੰ। ਅਰਹੀਨੀਅਸ ਫੈਕਟਰ ਕਾਂਸਟੈਂਟ ਹੈ ਇੱਕ, ਔਰ ਪ੍ਰੀ ਐਕਸਪੋਨੈਂਸ਼ੀਅਲ ਫੈਕਟਰ ਨੂੰ ਕਿਹਾ ਜਾਂਦਾ। ਇਹ ਐਕਸਪੋਨੈਂਸ਼ੀਅਲ ਫੈਕਟਰ ਹੈ, ਇਹ ਪ੍ਰੀ ਐਕਸਪੋਨੈਂਸ਼ੀਅਲ ਫੈਕਟਰ ਹੈ। ਹੁਣ ਜਿਹੜਾ ਆ ਫੈਕਟਰ ਹੈ ਪੂਰਾ e ਦੀ ਪਾਵਰ EA upon RT corresponds to the fraction of molecules that have energy greater than EA। ਇਹ ਉਹਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਜਿਹੜਾ ਕਿ ਸਾਨੂੰ ਜਿਹੜੇ ਉਹ ਫ੍ਰੈਕਸ਼ਨ ਆਫ ਮੋਲੀਕਿਊਲ ਹੈ, ਉਹ ਫ੍ਰੈਕਸ਼ਨ ਆਫ ਮੋਲੀਕਿਊਲਸ ਹੈ ਜਿਨ੍ਹਾਂ ਕੋਲ એનર્ਜੀ ਹੈ ਜਿਹੜੀ ਐਕਟੀਵੇਸ਼ਨ એનર્ਜੀ ਨਾਲੋਂ ਜ਼ਿਆਦਾ ਹੈ, ਮਤਲਬ ਜਿਹੜੇ ਪ੍ਰੋਡਕਟ 'ਚ ਕਨਵਰਟ ਹੋ ਸਕਦੇ ਹੈ। ਰੇਟ ਤਾਂ ਹੀ ਵਧੇਗੀ ਨਾ, ਰੇਟ ਤਾਂ ਰਿਐਕਸ਼ਨ ਦੀ ਤਾਂ ਹੀ ਵਧੇਗੀ। ਤਾਂ ਇਹ ਉਸ ਚੀਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਕਿ ਜਿਨ੍ਹਾਂ ਕੋਲ એનર્ਜੀ ਐਕਟੀਵੇਸ਼ਨ એનર્ਜੀ ਤੋਂ ਜ਼ਿਆਦਾ ਹੈ। ਹੁਣ ਇਹਦੇ ਵਿੱਚ EA ਹੈ ਜਿਹੜਾ ਉਹ ਕੀ ਹੈ? ਐਕਟੀਵੇਸ਼ਨ એનર્ਜੀ ਨੂੰ ਰਿਪਰੈਜ਼ੈਂਟ ਕਰ ਰਿਹਾ। R ਕੀ ਚੀਜ਼ ਹੈ? ਗੈਸ ਕਾਂਸਟੈਂਟ ਹੈ। ਤੇ T ਕੀ ਚੀਜ਼ ਹੈ? ਟੈਂਪਰੇਚਰ ਹੈ। ਕਲੀਅਰ ਹੋ ਗਿਆ? ਹੁਣ ਜੇ ਆਪਾਂ ਹੁਣ ਇਹਦੀ ਪਾਵਰ ਵਾਲੇ ਇਹਨੂੰ ਆਪਾਂ ਐਕਸਪੋਨੈਂਸ਼ੀਅਲ ਪਾਵਰ ਹੈ ਜਿਹੜੇ ਇਹਨੂੰ ਆਪਾਂ ਫੈਕਟਰ ਹੈ ਜਿਹੜਾ ਇਹਨੂੰ ਆਪਾਂ ਕੈਲਕੂਲੇਟ ਕਿਵੇਂ ਕਰਾਂਗੇ? ਜੇ ਆਪਾਂ ਇਹਨਾਂ ਦਾ ਲੌਗਰਿਥਮ ਲੈ ਲਈਏ। ਆਪਾਂ ਲੌਗਰਿਥਮ ਲੈਂਦੇ ਹਾਂ ਦੋਨੋਂ ਸਾਈਡਸ ਤੇ ਅਰਹੀਨੀਅਸ ਇਕੁਏਸ਼ਨ ਦਾ। ਤਾਂ ਇਹ ਕੀ ਬਣ ਜਾਏਗਾ ਬੇਟੇ? K ਨੂੰ ਬਣਾ ਲਿਆ ਆਪਾਂ ਨੈਚੁਰਲ ਲੌਗ K ਇਜ਼ ਇਕੁਅਲ ਟੂ, ਕਿਉਂਕਿ ਲੌਗ ਬੇਸ E ਲਵਾਂਗੇ ਤਾਂ ਹੀ ਸਾਡਾ ਜਿਹੜਾ ਇਹ ਫੈਕਟਰ ਖਤਮ ਹੋਏਗਾ। ਨੈਚੁਰਲ ਲੌਗ K ਇਜ਼ ਇਕੁਅਲ ਟੂ EA upon RT। ਹੁਣ ਆਪਾਂ ਕੀ ਕਰਦੇ ਹਾਂ ਬੇਟੇ? ਜਦੋਂ ਵੀ ਆਪਾਂ ਲੌਗ ਲੈਂਦੇ ਹਾਂ ਤਾਂ ਆਪਾਂ ਕੀ ਕਰਦੇ ਹੁੰਦੇ ਹਾਂ? ਲੌਗ ਆਪਾਂ ਜਦੋਂ ਲੈਂਦੇ ਹਾਂ ਤਾਂ ਆਪਾਂ ਕੀ ਕਹਿੰਦੇ ਹਾਂ ਕਿ ਜਿਹੜਾ ਲੌਗ ਲੈਂਦੇ ਇਹ ਅੱਗੇ ਆ ਜਾਂਦਾ ਹੈ, ਤਾਂ ਇਹ ਕੀ ਬਣ ਜਾਏਗਾ? ਇਹਨੂੰ ਅਸੀਂ ਨੈਚੁਰਲ ਲੌਗ ਬਣਦਾ। ਨੈਚੁਰਲ ਲੌਗ ਹੁੰਦਾ ਬੇਟੇ ਲੌਗ ਬੇਸ E, ਲੌਗ ਬੇਸ E ਤੇ E ਕੀ ਬਣ ਜਾਏਗਾ? 1 ਹੋ ਜਾਏਗਾ। ਜਿਵੇਂ ਆਪਾਂ ਕਹਿੰਦੇ ਹਾਂ ਲੌਗ ਬੇਸ 10, ਜੇ ਆਪਾਂ ਲੌਗ ਬੇਸ 10 ਦਾ ਲੈਣਾ ਹੋਵੇ, log 10 ਲੈਣਾ ਹੋਵੇ ਤਾਂ ਕਿੰਨਾ ਹੁੰਦਾ? log 10 1 ਹੁੰਦਾ। ਇਹ log A ਆ ਗਿਆ, ਨੈਚੁਰਲ log E। ਨੈਚੁਰਲ log E ਆ ਕੀ ਆਏਗਾ? 1 ਆਏਗਾ। ਨੈਚੁਰਲ log E ਕੀ ਹੁੰਦਾ ਬੇਟੇ? log ਬੇਸ E ਨੂੰ ਕਹਿੰਦੇ ਅਸੀਂ ਨੈਚੁਰਲ log ਬੇਸ E ਦਾ log ਕੀ ਆ ਜਾਣਾ? 1 ਆਏਗਾ, ਠੀਕ ਹੈ। ਤਾਂ ਇਕੱਲਾ ਕੀ ਰਹਿ ਗਿਆ? ਮਾਈਨਸ EA upon RT ਆ ਜਾਏਗਾ। ਤਾਂ ਨੈਚੁਰਲ log K is equal to minus EA upon RT plus log A, ਠੀਕ ਹੈ। ਜਦੋਂ ਆਪਾਂ log ਲਵਾਂਗੇ ਸਾਰਾ, ਠੀਕ ਹੈ। ਤਾਂ ਇਹ ਆ ਗਿਆ ਤੁਹਾਡੇ ਕੋਲੇ ਲੌਗਰਿਥਮ। ਨੈਚੁਰਲ log K is equal to minus EA upon RT plus log A। ਹੁਣ ਜੇ ਆਪਾਂ ਨੂੰ ਜਿਹੜਾ ਕਾਮਨ ਲੌਗਰਿਥਮ ਦੇ ਵਿੱਚ ਕਨਵਰਟ ਕਰ ਦਈਏ log base 10 ਦੇ ਵਿੱਚ, ਕਿਉਂਕਿ ਅਸੀਂ log base E ਨਹੀਂ ਯੂਜ਼ ਕਰਦੇ, ਅਸੀਂ ਕਿਹੜਾ ਯੂਜ਼ ਕਰਦੇ ਹਾਂ? log base। ਤਾਂ ਨੈਚੁਰਲ log x ਕਿਹਦੇ ਬਰਾਬਰ ਹੁੰਦਾ ਹੈ? 0.303 log x। ਤੇ ਇੱਥੇ ਇਹਦੀ ਵੈਲਿਊ ਪੁੱਟ ਕਰ ਦਿਓ। 2.303 log K is equal to minus EA upon RT plus 2.303 log A। ਹੁਣ ਆਪਾਂ ਇਹਨੂੰ ਜੇ ਡਿਵਾਈਡ ਕਰ ਦਈਏ ਪੂਰੀ ਇਕੁਏਸ਼ਨ ਨੂੰ ਦੋਨੋਂ ਪਾਸਿਓਂ 2.303 ਨਾਲ ਡਿਵਾਈਡ ਕਰ ਦਈਏ। ਜਦੋਂ ਅਸੀਂ ਡਿਵਾਈਡ ਕਰ ਦਾਂਗੇ ਤਾਂ ਸਾਡੇ ਕੋਲੇ ਕੀ ਆ ਜਾਣਾ ਬੇਟੇ? log K is equal to minus EA upon 2.303 RT plus log E। ਇਹ ਕੱਟ ਜਾਣਗੇ ਆਪਸ 'ਚ, ਇੱਥੇ ਨੀਚੇ ਆ ਜਾਏਗਾ 2.303। ਤਾਂ ਆਪਾਂ ਪੂਰੀ ਇਕੁਏਸ਼ਨ ਨੂੰ 2.303 ਨਾਲ ਡਿਵਾਈਡ ਕਰਤਾ, ਠੀਕ ਹੈ। ਇਹ ਆ ਗਿਆ ਤੁਹਾਡੇ ਕੋਲੇ ਡਿਵਾਈਡ ਕਰਨ ਦੇ ਨਾਲ। ਹੁਣ ਇੱਥੋਂ ਆਪਾਂ E ਜਿਹੜੀ ਇਹਦੀ ਵੈਲਿਊ ਹੈ EA ਦੀ ਉਹ ਕੈਲਕੂਲੇਟ ਕਰ ਸਕਦੇ ਹਾਂ। ਹੁਣ ਆਪਾਂ ਕਰਨੀ ਹੈ ਕੈਲਕੂਲੇਸ਼ਨ ਆਫ ਐਕਟੀਵੇਸ਼ਨ એનર્ਜੀ। ਹੁਣ ਇਸ ਇਕੁਏਸ਼ਨ ਤੋਂ ਅਸੀਂ ਐਕਟੀਵੇਸ਼ਨ એનર્ਜੀ ਕੈਲਕੂਲੇਟ ਕਰਾਂਗੇ। ਹੁਣ ਆਪਾਂ ਕੀ ਕਰਦੇ ਹਾਂ ਬੇਟੇ? ਇਹਦੇ ਵਿੱਚ ਗ੍ਰਾਫ ਪਲਾਟ ਕਰੀਏ। ਇਹ ਇਕੁਏਸ਼ਨ ਕਿਹਦੇ ਵਰਗੀ ਹੈ ਬੇਟੇ? ਲੀਨੀਅਰ ਇਕੁਏਸ਼ਨ ਹੈ। ਸਟੇਟ ਚੇਨ ਜਿਹੜੀ ਸਟੇਟ ਲਾਈਨ ਜਿਹੜੀ ਇਕੁਏਸ਼ਨ ਹੈ ਉਹਦੇ ਨਾਲ ਰਿਲੇਟ ਹੁੰਦੀ ਹੈ ਇਹ। log K is equal to minus EA upon 2.303 RT plus log A। ਇਹ ਕਿਹਦੇ ਹੈ? y is equal to mx plus c। y ਐਕਸਿਸ ਤੇ ਆਪਾਂ ਲੈ ਲਿਆ log K, x ਐਕਸਿਸ ਤੇ ਲੈ ਲਿਆ 1 upon t। 1 upon t ਤੇ log K 'ਚ ਆਪਾਂ ਗ੍ਰਾਫ ਪਲਾਟ ਕੀਤਾ। ਇਹ ਕੀ ਹੈ? ਇਹ ਹੈ ਸਾਡੇ ਕੋਲ ਸਟੇਟ ਲਾਈਨ ਵਿਦ ਨੈਗੇਟਿਵ ਸਲੋਪ। ਇਹ ਨੈਗੇਟਿਵ ਵੈਲਿਊ ਹੀ ਹੈ ਸਾਡੇ ਕੋਲ। ਤਾਂ ਇਹ ਕੀ ਦੇਗਾ? ਆਪਾਂ y ਐਕਸਿਸ ਤੇ ਲੈ ਲਿਆ, x ਐਕਸਿਸ ਤੇ ਲੈ ਲਿਆ। ਆ ਜਿਹੜਾ ਕੀ ਹੈ ਇਹ ਵੈਲਿਊ ਕੀ ਹੈ? ਸਲੋਪ।
ਸਲੋਪ ਹੈ ਜਿਹੜਾ ਸਾਨੂੰ ਕਿਹਦੀ ਵੈਲਿਊ ਦੇਗਾ -EA/2.303R ਇਹਦੀ ਵੈਲਿਊ ਦੇਗਾ ਸਲੋਪ। ਇੰਟਰਸੈਪਟ ਸਾਨੂੰ ਕਾਹਦੀ ਵੈਲਿਊ ਦੇਗਾ ਕਨਸਟੈਂਟ log A ਦੀ ਵੈਲਿਊ ਹੋਏਗੀ। ਕਲੀਅਰ ਹੋ ਗਿਆ। ਇੱਥੋਂ ਅਸੀਂ EA ਹੈ ਜਿਹੜਾ ਉਹ ਕੈਲਕੂਲੇਟ ਕਰ ਸਕਦੇ ਹਾਂ ਗ੍ਰਾਫਿਕਲੀ। ਕਲੀਅਰ। ਹੁਣ ਆਪਾਂ ਗ੍ਰਾਫਿਕਲੀ ਨਹੀਂ ਕਰਨਾ ਤਾਂ ਦੂਸਰੀ ਤਰ੍ਹਾਂ ਨਾਲ ਆਪਾਂ ਜਿਹੜਾ ਇਹਦੀ ਵੈਲਿਊ ਆ ਉਹ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ ਬੇਟੇ। ਆਪਾਂ ਜੇ ਕਰੀਏ EA ਤੇ A ਨੂੰ ਦੋਨੋਂ ਨੂੰ ਕੈਲਕੂਲੇਟ ਕਰ ਸਕਦੇ ਹਾਂ। EA ਐਂਡ A ਕੈਨ ਬੀ ਡਿਟਰਮਾਈਨਡ ਬਾਈ ਮੈਜ਼ਰਿੰਗ ਦ ਵੈਲਿਊਜ਼ ਆਫ ਰੇਟ ਕਾਂਸਟੈਂਟ ਐਟ ਟੂ ਡਿਫਰੈਂਟ ਟੈਂਪਰੇਚਰਸ। ਜੇ ਅਸੀਂ ਦੋ ਡਿਫਰੈਂਟ ਟੈਂਪਰੇਚਰਸ ਦੇ ਉੱਤੇ ਲੈ ਲਈਏ ਰੇਟ ਕਾਂਸਟੈਂਟ, ਦੋ ਅਲੱਗ-ਅਲੱਗ ਟੈਂਪਰੇਚਰ ਤੇ ਲੈ ਲਈਏ, ਠੀਕ ਹੈ। ਆਪਾਂ ਸਪੋਜ਼ ਕਰ ਲਿਆ ਕਿ K1 ਇਜ਼ ਰੇਟ ਕਾਂਸਟੈਂਟ ਐਟ T1 ਟੈਂਪਰੇਚਰ ਐਂਡ K2 ਇਜ਼ ਰੇਟ ਕਾਂਸਟੈਂਟ ਐਟ T2 ਟੈਂਪਰੇਚਰ। ਸਪੋਜ਼ ਕਰ ਲਿਆ ਆਪਾਂ ਤਾਂ ਇਕੁਏਸ਼ਨ ਸਾਡੀ ਆਪਣੀ ਇਕੁਏਸ਼ਨ ਕੀ ਬਣ ਜਾਏਗੀ ਬੇਟੇ log K1 ਇਜ਼ ਇਕੁਅਲ ਟੂ -EA/2.303R। R ਤਾਂ ਕੀ ਹੈ ਕਾਂਸਟੈਂਟ ਹੈ, T1 ਆ ਗਿਆ, प्लस log A, ये भी की है कांस्टेंट है, अरहीनियस फैक्टर है। इसी तरह से log K2 ले लो। log K2 की आ जाएगा बेटे log K2 इज इक्वल टू -EA/2.303R T2 आ गया प्लस log A आ गया। ਹੁਣ ਆਪਾਂ ਕੀ ਕਰਦੇ ਹਾਂ ਬੇਟੇ, ਆਪਾਂ ਇਕੁਏਸ਼ਨ 2 ਦੇ ਵਿੱਚੋਂ 1 ਨੂੰ ਸਬਟ੍ਰੈਕਟ ਕਰ ਦਿੰਦੇ ਹਾਂ। ਸਬਟ੍ਰੈਕਟਿੰਗ ਇਕੁਏਸ਼ਨ 1 ਫਰੋਮ 2 ਤਾਂ ਸਾਡੇ ਕੋਲੇ ਕੀ ਆ ਜਾਏਗਾ ਬੇਟੇ log K2 minus log K1। ਇੱਥੋਂ ਇਹਨੂੰ ਮਾਈਨਸ ਕੀਤਾ ਹੈ K2 minus log K1 is equal to ਕੀ ਆਏਗਾ EA/2.303R T2 ਆ ਵਾਲਾ ਮਾਈਨਸ ਆ ਵਾਲੀ ਵੈਲਿਊ ਮਾਈਨਸ ਅੰਦਰ ਮਾਈਨਸ ਆ ਗਿਆ -EA/2.303R T1 log A ਕੀ ਹੈ ਕੈਂਸਲ ਹੋ ਜਾਣਗੇ, ਇੱਕ प्लस का एक माइनस हो जाएगा क्योंकि असीं माइनस किया सबट्रैक्ट किया तो फिर क्या ये कैंसल आउट हो जाएंगे, ये रहेगी नहीं। ठीक है, तो हुण ये तुहाडे कोल वैल्यू आ गई। हुण इहदे विच्चों आपां की कीता कि जे ए माइनस माइनस की हो गया बेटे प्लस, तो ये की अगे आ जाएगा EA/2.303R T1 माइनस EA/2.303R T2। T2 ये वाली फिगर है जी की होगी माइनस दी है, एक ही हो गया प्लस हो गया, ये अगे आ जाएगा। ਹੁਣ EA/2.303R ਕੀ ਹੈ ਬੇਟੇ ਕਾਂਸਟੈਂਟ ਹੈ, ਇਹਨੂੰ ਅਸੀਂ ਕਾਮਨ ਕੱਢ ਲਾਂਗੇ। ਜਦੋਂ ਅਸੀਂ ਕਾਮਨ ਕੱਢਾਂਗੇ ਇਹਨੂੰ ਤੇ ਇਹ ਕੀ ਬਣ ਜਾਣਾ ਬੇਟੇ EA/2.303R ਇਨਟੂ 1/T ਮਾਈਨਸ 1/T1 1/T1 ਮਾਈਨਸ 1/T2 ਆ ਜਾਏਗਾ। ਠੀਕ ਹੈ, ਬ੍ਰੈਕਟ ਦੇ ਅੰਦਰ ਕੀ ਆ ਜਾਏਗਾ 1/T1 ਮਾਈਨਸ 1/T2। ਇਹ log K2 माइनस log की है, इन्हों आप की कर सकते हैं डिवीजन से लिख सकते हो log K2 अपॉन K1। ठीक है, डिवीजन हो तो नैगेटिव होता है, मल्टीप्लीकेशन हो तो पॉजिटिव होता है, तो ये माइनस है तो की हो जाएगा डिवाइड कर सकते हैं log K2 अपॉन K1। ठीक है, हुण आप अगों इन्हूं सॉल्व करांगे तो की आएगा ये K2 log K2 minus log K1 is equal to EA/2.303R into 1/T1 minus 1/T2। T1 T2 की आ गया नीचे आ गया, इन्हू सॉल्व करांगे तो आप की आ जाना T2 minus T1/T1 T2 LCM ना लैके तो की बन गया T2 minus T1। ये तुहाडे कोल है log K2 upon K1 is equal to EA/2.303R T2 minus T1 upon T2। ਹੁਣ ਤੁਹਾਡੇ ਕੋਲੇ ਕਿ ਜੇ ਤਾਂ ਤੁਹਾਡੇ ਕੋਲ ਦੋ ਟੈਂਪਰੇਚਰਸ ਦਿੱਤੀਆਂ ਹੋਈਆਂ ਵੈਲਿਊਜ਼ ਹੈ ਤਾਂ ਤੁਸੀਂ EA ਦੀ ਵੈਲਿਊ ਇੱਥੋਂ ਕੱਢ ਸਕਦੇ ਹੋ। ਅਦਰਵਾਈਜ਼ ਤੁਸੀਂ ਕੀ ਹੈ ਜਿਹੜੀ ਆਪਾਂ ਪਹਿਲਾਂ ਇਕੁਏਸ਼ਨ ਕੈਲਕੂਲੇਟ ਕੀਤੀ ਸੀ ਆਹ ਵਾਲੀ ਇਕੁਏਸ਼ਨ ਇੱਥੋਂ ਕੱਢ ਸਕਦੇ ਹੋ। ਦੋਨੋਂ ਇਕੁਏਸ਼ਨਸ ਲਾ ਕੇ ਤੁਸੀਂ EA ਦੀ ਵੈਲਿਊ ਹੈ ਜਿਹੜੀ EA ਦੀ ਵੈਲਿਊ ਐਕਟੀਵੇਸ਼ਨ એનર્ਜੀ ਨੂੰ ਕੈਲਕੂਲੇਟ ਕਰ ਸਕਦੇ ਹੋ ਦੋਨੋਂ ਮੈਥਡਸ ਦੇ ਨਾਲ। ਠੀਕ ਹੈ, ਹੁਣ ਆਪਾਂ ਇੱਕ ਨੂਮੈਰੀਕਲ ਕਰਦੇ ਹਾਂ ਇਹਦੇ ਨਾਲ ਰਿਲੇਟਡ ਰੇਟ ਕਾਂਸਟੈਂਟ of a reaction at 500 Kelvin and 700 Kelvin are this at this। ये दो रेट कांस्टेंट मतलब कि ये T1 है ये T2 है ये K1 है ये K2 है रिस्पेक्टिवली। कैलकुलेट द वैल्यू ऑफ EA एंड A, दोनों की वैल्यूज कैलकुलेट करनी है आप। ਹੁਣ ਆਪਾਂ ਕਿਉਂਕਿ ਦੋ ਟੈਂਪਰੇਚਰ ਦਿੱਤੇ ਤਾਂ ਇਕੁਏਸ਼ਨ ਕਿਹੜੀ ਯੂਜ਼ ਕਰਾਂਗੇ ਬੇਟੇ ਉੱਪਰ ਵਾਲੀ ਜਿਹੜੀ ਆਪਾਂ ਹੁਣੇ ਕੀਤੀ ਹੈ ਤਾਂ ਇਹੀ ਇਕੁਏਸ਼ਨ ਲਾਵਾਂਗੇ ਆਪਾਂ log K2 upon K1 is equal to EA upon 2.303R into T2 minus T1 upon T1 T2।
ਇਹਨਾਂ ਦੇ ਵੈਲਿਊਜ਼ K1 ਦਿੱਤਾ ਹੋਇਆ, K2 ਦਿੱਤਾ ਹੋਇਆ, T1 ਦਿੱਤਾ ਹੈ, T2 ਦਿੱਤਾ, R ਦੀ ਵੈਲਿਊ ਸਾਨੂੰ ਪਤਾ ਹੋਣੀ ਚਾਹੀਦੀ ਹੈ ਬੇਟੇ। R ਦੀ ਵੈਲਿਊ ਹੈ ਜਿਹੜੀ ਉਹ ਕੀ ਹੈ 8.314 ਜੂਲਸ ਪਰ ਕੈਲਵਿਨ ਪਰ ਮੋਲ। ਠੀਕ ਹੈ, ਇਹਦੀ ਵੈਲਿਊ ਸਾਨੂੰ R ਦੀ ਵੈਲਿਊ ਸਾਨੂੰ ਹਮੇਸ਼ਾ ਯਾਦ ਰੱਖੋ, ਇਹ ਪਤਾ ਹੀ ਹੋਣੀ ਚਾਹੀਦੀ ਹੈ। ਠੀਕ ਹੈ, ਹੁਣ ਆਪਾਂ ਇੱਥੋਂ EA ਕੈਲਕੂਲੇਟ ਕਰਾਂਗੇ, ਸਿਰਫ EA ਕੱਢਣਾ ਹੈ। ਇਹਨੂੰ ਅਸੀਂ ਜਦੋਂ ਸਾਰੇ ਨੂੰ ਸੋਲਵ ਕਰਾਂਗੇ ਤਾਂ EA ਦੀ ਵੈਲਿਊ ਕਿੰਨੀ ਆ ਜਾਂਦੀ ਹੈ ਬੇਟੇ 18228.1 ਜੂਲਸ, ਜਾਂ ਅਸੀਂ ਇਹਨੂੰ ਕੀ ਹੈ ਕਿਲੋ ਜੂਲਸ ਕਨਵਰਟ ਕਰ ਸਕਦੇ ਹਾਂ। 1000 ਨਾਲ ਡਿਵਾਈਡ ਕਰ ਦਿਓ ਤਾਂ ਕੀ ਆ ਜਾਏਗਾ ਕਿਲੋ ਜੂਲਸ ਬਣ ਜਾਣਗੇ। ਹੁਣ ਆਪਾਂ ਬੇਟੇ A ਨੂੰ ਕੈਲਕੂਲੇਟ ਕਰਨਾ, ਇਹ ਤਾਂ ਸਾਡੇ ਕੋਲੇ EA ਦੀ ਵੈਲਿਊ ਆ ਗਈ। ਹੁਣ EA ਦੀ ਵੈਲਿਊ ਅਸੀਂ ਕਿੱਥੇ ਪੁੱਟ ਕਰਾਂਗੇ ਬੇਟੇ, ਜਿੱਥੇ ਅਸੀਂ ਪਹਿਲੀ ਇਕੁਏਸ਼ਨ ਲਈ ਸੀ, ਪਹਿਲੀ ਇਕੁਏਸ਼ਨ। ਹੁਣ ਅਸੀਂ ਉਹ ਵਾਲੀ ਇਕੁਏਸ਼ਨ ਲਵਾਂਗੇ log K is equal to log A minus EA upon 2.303 RT, ਮਤਲਬ ਇਸੇ ਇਕੁਏਸ਼ਨ 'ਚ ਦੋਨੋਂ ਇਕੁਏਸ਼ਨਸ ਯੂਜ਼ ਹੋ ਗਈਆਂ ਸਾਡੀਆਂ। ਕਲੀਅਰ। ਹੁਣ ਆਪਾਂ ਇੱਥੇ ਵੈਲਿਊ ਉਹਦੀ ਪੁੱਟ ਕਰ ਦਿਓ, ਤਾਂ ਹੁਣ ਇਹਦੇ ਵਿੱਚ ਆਪਾਂ log ਇੱਕ ਵੈਲਿਊ ਲੈ ਲਓ, ਇਹ 'ਚ ਜਿਹੜੀ ਮਰਜ਼ੀ ਲੈ ਲਓ। ਆਪਾਂ K1 ਤੇ T1 ਤੇ K1 ਲੈ ਲੈਂਦੇ ਹਾਂ, T1 ਤੇ K1। ਠੀਕ ਹੈ, ਇਹ ਦੋ ਵੈਲਿਊਜ਼ ਲੈਣੀਆਂ। ਸਬਸਟੀਟਿਊਟਿੰਗ ਦਾ ਵੈਲਿਊ ਐਟ 500 ਕੈਲਵਿਨ ਲੈ ਲਿਆ ਆਪਾਂ। ਇੱਥੇ ਜਿੰਨੀ K ਦੀ ਵੈਲਿਊ ਉਹ ਵਾਲੀ ਲਵਾਂਗੇ। ਹੁਣ K ਕਿੰਨਾ ਸੀ 0.02, K ਦੀ ਵੈਲਿਊ ਪੁੱਟ ਕਰਤੀ ਇਜ਼ ਇਕੁਅਲ ਟੂ log A ਮਾਈਨਸ EA ਦੀ ਵੈਲਿਊ ਆਪਾਂ ਹੁਣੇ ਕੈਲਕੂਲੇਟ ਕੀਤੀ ਹੈ ਜੂਲਸ ਦੇ ਵਿੱਚ, ਉਹ ਵੈਲਿਊ ਪੁੱਟ ਕਰਤੀ ਅਪੋਨ 2.303 ਇੰਟੂ R ਇੰਟੂ T, ਠੀਕ ਹੈ ਨਾ 500 ਲਿਆ ਆਪਾਂ। ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਤੀਆਂ। ਜਦੋਂ ਵੈਲਿਊਜ਼ ਪੁੱਟ ਕਰੋਗੇ ਤਾਂ ਇਹਦੀ ਵੈਲਿਊ ਆ ਜਾਏਗੀ ਤੁਹਾਡੇ ਕੋਲੇ, ਮਾਈਨਸ 'ਚ ਆਏਗਾ, log ਪੁਆਇੰਟ ਦੇ ਵਿੱਚ ਹੈ log A ਮਾਈਨਸ ਇਹਨੂੰ ਸੋਲਵ ਕਰਨ ਨਾਲ ਆ ਗਿਆ 1.904। ਜਾਂ ਆਪਾਂ ਕੀ ਕਹਾਂਗੇ ਇੱਥੋਂ log A ਕੱਢ ਲਾਂਗੇ, log A ਕੀਤਾ ਉੱਧਰ ਜਾ ਕੇ ਇਹ ਕੀ ਹੋ ਜਾਏਗਾ ਪੋਜ਼ੀਟਿਵ ਹੋ ਜਾਏਗਾ, ਇਹ ਪੋਜ਼ੀਟਿਵ ਹੋ ਜਾਏਗਾ, ਉੱਧਰ ਇਹ ਨੈਗੇਟਿਵ ਹੈ, ਇਹ ਘਟਾ ਕੇ ਕਿੰਨਾ ਆ ਗਿਆ 0.205। ਠੀਕ ਹੈ, ਇਹ ਵੈਲਿਊ ਆ ਗਈ ਤੁਹਾਡੇ ਕੋਲੇ। ਹੁਣ ਆਪਾਂ A ਦੀ ਵੈਲਿਊ ਕਰੋ। ਹੁਣ ਜੇ ਇਹ ਤੁਹਾਡੇ ਕੋਲੇ log A ਦੀ ਵੈਲਿਊ ਆਈ ਹੈ, ਹੁਣ ਆਪਾਂ A ਚਾਹੀਦਾ ਸਾਨੂੰ, ਇਹਦਾ ਕੀ ਕਰਾਂਗੇ ਆਪਾਂ ਐਂਟੀ log ਲੈ ਲਾਂਗੇ। ਠੀਕ ਹੈ, ਇਹਦਾ 0.05 ਦਾ ਐਂਟੀ ਲੌਗ ਲੈ ਲਾਂਗੇ। ਇਹਦੇ ਐਂਟੀ ਲੌਗ ਲਵਾਂਗੇ ਤਾਂ ਇਹਦੀ ਵੈਲਿਊ ਕਿੰਨੀ ਹੁੰਦੀ ਹੈ 1.603 ਪਰ ਸੈਕਿੰਡ। ਜਦੋਂ ਆਪਾਂ ਇਹਦਾ ਐਂਟੀ ਲੌਗ ਲਾਂਗੇ, ਇਹ ਆ ਗਈ ਤੁਹਾਡੇ ਕੋਲੇ A ਦੀ ਵੈਲਿਊ। ਠੀਕ ਹੈ, ਤਾਂ ਆਪਾਂ ਜੇ ਤੁਹਾਨੂੰ ਕੋਈ ਦੋ ਟੈਂਪਰੇਚਰਸ ਨਾਲ ਆਉਂਦੀ ਹੈ ਤਾਂ ਤੁਸੀਂ ਇਕੁਏਸ਼ਨ ਆਹ ਵਾਲੀ ਲਗਾਓਗੇ, ਜੇ ਤੁਹਾਡੇ ਕੋਲੇ ਇੱਕ ਇਕੁਏਸ਼ਨ ਆਉਂਦੀ ਹੈ ਤਾਂ ਤੁਸੀਂ ਇਕੁਏਸ਼ਨ ਜਿਹੜੀ ਦੋ ਨਾਲ ਇਕੁਏਸ਼ਨ ਆਹ ਵਾਲੀ ਲਗਾਓਗੇ, ਤੇ ਇੱਕ ਜਦੋਂ ਲਾਉਂਦੇ ਆ ਤਾਂ ਅਸੀਂ ਇਕੁਏਸ਼ਨ ਆਹ ਵਾਲੀ ਲਗਾਵਾਂਗੇ। ਠੀਕ ਹੈ, ਅੱਜ ਦੀ ਵੀਡੀਓ ਲਈ ਇੰਨਾ ਹੀ ਬੇਟੇ। ਆਪਾਂ ਨੈਕਸਟ ਜਿਹੜਾ ਟੌਪਿਕ ਹੈ ਉਹ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ।